प्यारे विद्यार्थियों सारिਆਂ ਨੂੰ सत श्री अकाल। ਅੱਜ ਆਪਾਂ 7ਵੀਂ जमात ਦੇ इतिहास ਦਾ पाठ नंबर 13 दिल्ली सल्तनत बारे पढ़ांगे। दिल्ली सल्तनत ਭਾਰਤੀ ਇਤਿਹਾਸ ਵਿੱਚ 1206 ਈਸਵੀ ਤੋਂ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਦਾਸ ਵੰਸ਼, ਖਿਲਜੀ ਵੰਸ਼, ਸਯਦ ਵੰਸ਼ ਅਤੇ ਲੋਧੀ ਵੰਸ਼ ਦੇ ਸ਼ਾਸਕਾਂ ਨੇ ਦਿੱਲੀ 'ਤੇ ਰਾਜ ਕੀਤਾ। ਦਿੱਲੀ ਸਲਤਨਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੁਝ ਪ੍ਰਮੁੱਖ ਇਤਿਹਾਸਕ ਸਰੋਤ ਮਿਲਦੇ ਹਨ। ਪਿਆਰੇ ਵਿਦਿਆਰਥੀਓ, ਦਿੱਲੀ ਸਲਤਨਤ ਵਿੱਚ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਰਾਜ ਵੰਸ਼ਾਂ ਨੇ ਰਾਜ ਕੀਤਾ, ਜਿਨ੍ਹਾਂ ਦਾ ਜ਼ਿਕਰ ਆਪਾਂ ਹੁਣੇ ਕਰਕੇ ਹਟੇ ਹਾਂ। ਅਤੇ ਇਸ ਸਾਰੇ ਘਟਨਾਕ੍ਰਮ ਜਾਂ ਸਾਰੇ ਕਾਲ ਦੀ ਜਾਣਕਾਰੀ ਜਿਹੜੀ ਆ ਉਹ ਉਸ ਦੇ ਲਈ ਸਾਨੂੰ ਕੁਝ ਇਤਿਹਾਸਕ ਸਰੋਤ ਜਿਹੜੇ ਮਿਲਦੇ ਆ, ਜਿਨ੍ਹਾਂ ਤੋਂ ਜਾਣਕਾਰੀ ਇਕੱਤਰ ਕਰਕੇ ਕਿਤਾਬਾਂ ਲਿਖੀਆਂ ਜਾਂਦੀਆਂ ਔਰ ਉਹਨਾਂ ਕਿਤਾਬਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਕੇ ਵੀਡੀਓ ਬਣੀ ਤੁਸੀਂ ਦੇਖ ਰਹੇ ਹੋ। ਇਤਿਹਾਸਕ ਸਰੋਤ ਤੋਂ ਭਾਵ ਹੈ ਵੱਖ-ਵੱਖ ਦਰਬਾਰੀ ਬਿਰਤਾਂਤ, ਯਾਤਰੀਆਂ ਦੇ ਲੇਖ ਅਤੇ ਇਤਿਹਾਸਕ ਇਮਾਰਤਾਂ, ਜਿਨ੍ਹਾਂ ਤੋਂ ਦਿੱਲੀ ਸਲਤਨਤ ਦੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ। ਇਹ ਭਾਵ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਰਾਜਿਆਂ ਦੇ ਦਰਬਾਰ ਦੇ ਵਿੱਚ ਜੋ ਬਾਹਰਲੇ ਦੇਸ਼ਾਂ ਦੇ ਹੋਰ ਰਾਜਾਂ ਦੇ ਜਿਹੜੇ ਯਾਤਰੀ ਆਏ ਉਹਨਾਂ ਨੇ ਜੋ ਲਿਖਿਆ, ਦਰਬਾਰ ਵਿੱਚ ਦਰਬਾਰੀ ਕਵੀ ਰਾਜਿਆਂ ਦੇ ਜਿਹੜੇ ਆ ਉਹਨਾਂ ਨੇ ਆਪਣੀਆਂ ਕਿਤਾਬਾਂ ਵਿੱਚ ਜੋ ਲਿਖਿਆ, ਜਾਂ ਉਸ ਸਮੇਂ ਦੀਆਂ ਇਤਿਹਾਸਕ ਇਮਾਰਤਾਂ ਆ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਉੱਪਰ ਜੋ ਲਿਖਿਆ ਉਸ ਤੋਂ ਬਹੁਤ ਸਾਰੀ ਜਾਣਕਾਰੀ ਜਿਹੜੀ ਪ੍ਰਾਪਤ ਹੁੰਦੀ ਆ। ਇਹ ਸਾਰੇ ਇਤਿਹਾਸਕ ਸਰੋਤ ਆਉਂਦੇ ਹਨ। ਅਤੇ ਸਭ ਤੋਂ ਪਹਿਲਾਂ ਨੰਬਰ 1 ਆਪਾਂ ਗੱਲ ਕਰਾਂਗੇ ਵਿਦੇਸ਼ੀ ਯਾਤਰੀਆਂ ਦੇ ਲੇਖ। ਮਾਰਕੋ ਦਾ ਪ੍ਰਸਿੱਧ ਯਾਤਰੀ ਇਬਨ ਬਤੂਤਾ ਅਤੇ ਮਾਰਕੋ ਪੋਲੋ ਆਦਿ ਵਿਦੇਸ਼ੀ ਯਾਤਰੀ ਜਿਨ੍ਹਾਂ ਨੇ ਇਸ ਕਾਲ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ, ਉਹਨਾਂ ਨੇ ਦਿੱਲੀ ਦੇ ਵੱਖ-ਵੱਖ ਸੁਲਤਾਨਾਂ ਦੀ ਸ਼ਖਸੀਅਤ ਅਤੇ ਭਿੰਨ-ਭਿੰਨ ਖੇਤਰਾਂ ਦੀ ਜਾਣਕਾਰੀ ਸੰਬੰਧੀ ਲੇਖ ਲਿਖੇ। ਨੰਬਰ 2 'ਤੇ ਦਰਬਾਰੀ ਬਿਰਤਾਂਤ। ਤੁਗਲਕਨਾਮਾ, ਤਾਰੀਖ ਏ ਇਲਾਹੀ, ਤਾਰੀਖ ਏ ਫਿਰੋਜ਼ ਸ਼ਾਹੀ, ਫਤੂਹਾਤ ਏ ਫਿਰੋਜ਼ ਸ਼ਾਹੀ, ਤਾਰੀਖ ਏ ਮੁਬਾਰਕ ਸ਼ਾਹੀ ਅਤੇ ਮਖਜ਼ਰੀ ਏ ਅਫਗਾਨ ਆਦਿ ਦਰਬਾਰੀ ਬਿਰਤਾਂਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਅਤੇ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ। ਨੰਬਰ 3 ਇਤਿਹਾਸਕ ਇਮਾਰਤਾਂ। ਦਿੱਲੀ ਸਲਤਨਤ ਦੇ ਸਮੇਂ ਦੀਆਂ ਇਤਿਹਾਸਕ ਇਮਾਰਤਾਂ ਜਿਵੇਂ ਕਿ ਕੁਵੈਤੁਲ ਇਸਲਾਮ ਮਸਜਿਦ, ਅਲਾਈ ਦਰਵਾਜ਼ਾ, ਤੁਗਲਕਾਬਾਦ, ਹੌਜ ਖਾਸ, ਲੋਧੀ ਗੁੰਬਦ, ਫਿਰੋਜ਼ਸ਼ਾਹ ਕੋਟਲਾ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਬਾਰੇ ਜਾਣਕਾਰੀ ਮਿਲਦੀ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਕੁਝ ਇਤਿਹਾਸਕ ਸਰੋਤ ਹਨ ਜਿਨ੍ਹਾਂ ਤੋਂ ਸਾਨੂੰ ਦਿੱਲੀ ਸਲਤਨਤ ਬਾਰੇ ਜਿਹੜੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਦਿੱਲੀ ਸਲਤਨਤ ਦੇ ਮੁੱਖ ਵੰਸ਼, ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਦਿੱਲੀ ਸਲਤਨਤ ਵਿੱਚ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਵੰਸ਼ ਦੇ ਰਾਜੇ ਜਿਹੜੇ ਹੋਏ ਉਹਨਾਂ ਨੇ ਰਾਜ ਕੀਤਾ, ਅਤੇ ਉਹਨਾਂ ਦੇ ਬਾਰੇ ਆਪਾਂ ਇੱਥੇ ਗੱਲ ਕਰਾਂਗੇ। ਨੰਬਰ 1 ਦਾਸ ਵੰਸ਼ 1206 ਈਸਵੀ ਤੋਂ 1290 ਈਸਵੀ ਤੱਕ। ਨੰਬਰ 2 ਖਿਲਜੀ ਵੰਸ਼ 1290 ਤੋਂ 1320 ਈਸਵੀ। ਨੰਬਰ 3 ਤੁਗਲਕ ਵੰਸ਼ 1320 ਈਸਵੀ ਤੋਂ 1414 ਈਸਵੀ। ਨੰਬਰ 4 ਸਯਦ ਵੰਸ਼ 1414 ਤੋਂ 1451 ਈਸਵੀ। ਨੰਬਰ 5 ਲੋਧੀ ਵੰਸ਼ 1451 ਤੋਂ 1526 ਈਸਵੀ। ਸੋ ਵਿਦਿਆਰਥੀਓ, ਇਹ ਸੀ ਦਿੱਲੀ ਸਲਤਨਤ ਦੇ ਪ੍ਰਮੁੱਖ ਰਾਜਵੰਸ਼। ਹੁਣ ਆਪਾਂ ਗੱਲ ਕਰਾਂਗੇ ਦਿੱਲੀ ਸਲਤਨਤ ਦੇ ਮਹੱਤਵਪੂਰਨ ਔਰ ਪਹਿਲੇ ਰਾਜਵੰਸ਼ ਭਾਵ ਦਾਸ ਵੰਸ਼ ਦੀ ਗੱਲ, ਜਿਸ ਦਾ ਰਾਜਕਾਲ ਸੀ 1206 ਈਸਵੀ ਤੋਂ 1290 ਈਸਵੀ ਤੱਕ। ਸਭ ਤੋਂ ਪਹਿਲਾਂ ਕੁਤਬ-ਉਦ-ਦੀਨ ਐਬਕ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ, ਸਾਨੂੰ ਇੱਥੇ ਕੁਤਬ-ਉਦ-ਦੀਨ ਐਬਕ ਔਰ ਉਸ ਦੇ ਨਾਲ ਹੀ ਇੱਕ ਬੜੀ ਹੀ ਮਹੱਤਵਪੂਰਨ ਤਸਵੀਰ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਤੁਹਾਨੂੰ ਕੁਝ ਨਾ ਕੁਝ ਯਾਦ ਆ ਗਿਆ ਹੋਵੇਗਾ, ਕਿਉਂਕਿ ਇਹ ਤਸਵੀਰ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਦੇਖੀ ਹੋਵੇਗੀ। ਇਹ ਹੈ ਦਿੱਲੀ ਦਾ ਕੁਤਬ ਮੀਨਾਰ। ਉਹ ਆਪਾਂ ਗੱਲ ਕਰਦੇ ਹਾਂ ਕੁਤਬ-ਉਦ-ਦੀਨ ਐਬਕ ਦੀ। ਮੱਧਕਾਲੀਨ ਯੁੱਗ
ਦੌਰਾਨ ਭਾਰਤ ਵਿੱਚ ਤੁਰਕ ਰਾਜ ਦਾ ਅਸਲ ਸੰਸਥਾਪਕ ਕੁਤਬੁਦੀਨ ਐਬਕ ਸੀ। ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਕੁਤਬੁਦੀਨ ਐਬਕ ਇੱਕ ਮਹਾਨ ਕਲਾ ਪ੍ਰੇਮੀ ਸੀ। ਉਸਨੇ ਦਿੱਲੀ ਅਤੇ ਅਜਮੇਰ ਵਿੱਚ ਮਸਜਿਦਾਂ ਬਣਵਾਈਆਂ। ਉਸਨੇ ਕੁਤਬ ਮੀਨਾਰ ਦੀ ਉਸਾਰੀ ਸ਼ੁਰੂ ਕਰਾਈ ਸੀ, ਪਰੰਤੂ 1210 ਈਸਵੀ ਵਿੱਚ ਉਹ ਅਚਾਨਕ ਘੋੜੇ ਤੋਂ ਡਿੱਗ ਕੇ ਮਰ ਗਿਆ। ਭਾਵ ਉਹ ਕੁਤਬ ਮੀਨਾਰ ਨੂੰ ਪੂਰਾ ਨਹੀਂ ਕਰ ਸਕਿਆ। ਉਹਨੇ ਉਸ ਦੀ ਉਸਾਰੀ ਜਿਹੜੀ ਆ ਉਹ ਸ਼ੁਰੂ ਕਰਵਾ ਦਿੱਤੀ ਸੀ। ਨੰਬਰ 2, ਇਲਤੁਤਮਿਸ਼ ਕੁਤਬੁਦੀਨ ਐਬਕ ਦਾ ਦਾਸ ਸੀ। ਉਸ ਦੀ ਯੋਗਤਾ ਅਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਕੁਤਬੁਦੀਨ ਐਬਕ ਨੇ ਇਲਤੁਤਮਿਸ਼ ਨੂੰ ਅਮੀਰ-ਏ-ਸ਼ਿਕਾਰ ਦੇ ਪਦ 'ਤੇ ਨਿਯੁਕਤ ਕੀਤਾ ਅਤੇ ਬਾਅਦ ਵਿੱਚ ਉਸ ਦਾ ਜਵਾਈ ਬਣ ਗਿਆ ਅਤੇ 1211 ਈਸਵੀ ਵਿੱਚ ਇਲਤੁਤਮਿਸ਼ ਦਿੱਲੀ ਦਾ ਸ਼ਾਸਕ ਬਣ ਗਿਆ। ਇਲਤੁਤਮਿਸ਼ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ, ਜਿਸ ਨੂੰ ਚਾਲੀਸਾ ਕਿਹਾ ਜਾਂਦਾ ਸੀ। ਉਹ ਅੱਗੇ ਗੱਲ ਕਰਦੇ ਹਾਂ ਦਿੱਲੀ ਸਲਤਨਤ ਦੇ ਅਗਲੇ ਸ਼ਾਸਕ ਰਜ਼ੀਆ ਸੁਲਤਾਨ। ਵਿਦਿਆਰਥੀਓ, ਜਿਵੇਂ ਕਿ ਤੁਸੀਂ ਤਸਵੀਰ ਤੋਂ ਔਰ ਨਾਂ ਤੋਂ ਹੀ ਦੇਖ ਸਕਦੇ ਹੋ ਕਿ ਇਹ ਇੱਕ ਇਸਤਰੀ ਦੀ ਤਸਵੀਰ ਹੈ। ਇਸਤਰੀ ਸ਼ਾਸਕ ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ। ਇਲਤੁਤਮਿਸ਼ ਦੀ ਮੌਤ ਤੋਂ ਪਿੱਛੋਂ ਉਹ ਦਿੱਲੀ ਸਲਤਨਤ ਦੀ ਸ਼ਾਸਕ ਬਣੀ। ਉਸਨੇ 1236 ਈਸਵੀ ਤੋਂ 1240 ਈਸਵੀ ਤੱਕ ਰਾਜ ਕੀਤਾ। ਉਸ ਨੇ ਪ੍ਰਦੇਸ਼ਕ ਗਵਰਨਰਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ, ਪਰੰਤੂ ਅਮੀਰ ਤੇ ਫੌਜ ਦੇ ਜਨਰਲ ਉਸ ਦੀ ਆਗਿਆ ਦਾ ਪਾਲਣ ਨਹੀਂ ਕਰਦੇ ਸਨ, ਕਿਉਂਕਿ ਉਹ ਇੱਕ ਇਸਤਰੀ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਸਨ। ਉਹਨਾਂ ਨੇ ਉਸ ਨੂੰ 1240 ਈਸਵੀ ਵਿੱਚ ਮਾਰ ਦਿੱਤਾ। ਰਜ਼ੀਆ ਸੁਲਤਾਨ ਦੇ ਪਿੱਛੋਂ ਬਹਿਰਾਮ ਸ਼ਾਹ, ਅਲਾਉਦੀਨ, ਮਸੂਦ ਸ਼ਾਹ ਅਤੇ ਨਸੀਰੂਦੀਨ ਆਦਿ ਕਈ ਅਪ੍ਰਸਿੱਧ ਸ਼ਾਸਕ ਸੱਤਾ ਦੇ ਵਿੱਚ ਆਏ। ਉਸ ਤੋਂ ਅੱਗੇ ਦਿੱਲੀ ਸਲਤਨਤ ਦਾ ਸ਼ਾਸਕ ਗਿਆਸੂਦੀਨ ਬਲਬਨ। ਨਸੀਰੂਦੀਨ ਦੀ ਮੌਤ ਤੋਂ ਪਿੱਛੋਂ 1266 ਈਸਵੀ ਵਿੱਚ ਗਿਆਸੂਦੀਨ ਬਲਬਨ ਨੇ ਆਪਣੇ ਆਪ ਨੂੰ ਦਿੱਲੀ ਸਲਤਨਤ ਦਾ ਸੁਲਤਾਨ ਘੋਸ਼ਿਤ ਕਰ ਦਿੱਤਾ। ਉਹ ਦਿੱਲੀ ਸਲਤਨਤ ਦਾ ਮਹਾਨ ਸ਼ਾਸਕ ਸੀ। ਉਸ ਨੇ ਫੌਜ ਦਾ ਪੁਨਰਗਠਨ ਕੀਤਾ। ਉਸ ਨੇ ਮੰਗੋਲਾਂ ਵਿਰੁੱਧ ਇੱਕ ਕਠੋਰ ਨੀਤੀ ਅਪਣਾਈ, ਜਿਸ ਨੂੰ ਲਹੂ ਅਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਹੈ। ਤੋ ਪਿਆਰੇ ਵਿਦਿਆਰਥੀਓ, ਕਈ ਵਾਰੀ ਪੇਪਰ ਦੇ ਵਿੱਚ ਸਵਾਲ ਆ ਜਾਂਦਾ ਹੈ ਲਹੂ ਅਤੇ ਲੋਹੇ ਦੀ ਨੀਤੀ ਕੀ ਹੈ, ਤਾਂ ਉਹਦਾ ਜਵਾਬ ਗਿਆਸੂਦੀਨ ਬਲਬਨ ਦੁਆਰਾ ਮੰਗੋਲਾਂ ਵਿਰੁੱਧ ਅਪਣਾਈ ਗਈ ਕਠੋਰ ਨੀਤੀ ਹੈ। ਉਸ ਨੇ ਸ਼ਾਸਨ ਵਿੱਚ ਵੀ ਬਹੁਤ ਸਾਰੇ ਸੁਧਾਰ ਕੀਤੇ ਅਤੇ ਆਪਣੀ ਪ੍ਰਜਾ ਨੂੰ ਨਿਆਂ ਦਿੱਤਾ। ਪਰੰਤੂ 1286 ਈਸਵੀ ਵਿੱਚ ਗਿਆਸੂਦੀਨ ਬਲਬਨ ਦੀ ਮੌਤ ਹੋ ਗਈ। ਉਸਦੇ ਜਿੰਨੇ ਵੀ ਉੱਤਰਾਧਿਕਾਰੀ ਹੋਏ ਉਹ ਕਮਜ਼ੋਰ ਅਤੇ ਅਯੋਗ ਹੋਣ ਕਰਕੇ ਜਲਾਲੂਦੀਨ ਖਿਲਜੀ ਅਤੇ ਦਿੱਲੀ ਸਲਤਨਤ ਦੀ ਰਾਜ ਗੱਦੀ 'ਤੇ ਬੈਠਾ ਅਤੇ ਦਾਸ ਵੰਸ਼ ਦਾ ਅੰਤ ਹੋ ਗਿਆ। ਭਾਵ ਉਸ ਦਾ ਜਿਹੜਾ ਉੱਤਰਾਧਿਕਾਰੀ ਸੀਗਾ ਉਹ ਕਮਜ਼ੋਰ ਅਤੇ ਅਯੋਗ ਹੋਣ ਕਰਕੇ ਜਿਹੜਾ ਆ ਉਹ ਰਾਜਗੱਦੀ ਤਾਂ ਉਹਨੂੰ ਮਿਲ ਗਈ, ਲੇਕਿਨ ਉਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਚਲਾ ਨਹੀਂ ਸਕਿਆ। ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜਾ ਆ ਸਾਡੇ ਕੋਲ ਦਾਸ ਵੰਸ਼ ਦਾ ਅੰਤ ਹੋ ਗਿਆ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਦਿੱਲੀ ਸਲਤਨਤ ਦੇ ਦਾਸ ਵੰਸ਼ ਬਾਰੇ ਜਾਣਕਾਰੀ। ਕਿਉਂਕਿ ਇੱਥੇ ਦਿੱਲੀ ਸਲਤਨਤ ਹਜੇ ਖਤਮ ਨਹੀਂ ਹੋਈ, ਇਸ ਤੋਂ ਅਗਲੇ ਵੰਸ਼ ਵੀ ਆਪਾਂ ਪੜ੍ਹਨੇ ਹਨ, ਲੇਕਿਨ ਇੱਕ ਵੀਡੀਓ ਦੇ ਵਿੱਚ ਜੇਕਰ ਸਾਰੇ ਕਵਰ ਕਰਦੇ ਤਾਂ ਇਹ ਵੀਡੀਓ ਲੰਬੀ ਹੋ ਜਾਣੀ ਸੀ। ਇਸ ਲਈ ਆਪਾਂ ਅਗਲੀ ਵੀਡੀਓਜ਼ ਦੇ ਵਿੱਚ ਉਹਨਾਂ ਬਾਰੇ ਚਰਚਾ ਕਰਾਂਗੇ। ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।